बिस्मिल्लाहिर्रहमानिर्रहीम। अस्सलामुअलैकुम। मैं हूं खादिम हुसैन गिल और मैं आज आपके लिए लेके आया हूं अपने प्रोग्राम गिलकारियों में फैसलाबाद के इलाके की इंतहाई मशहूर और मसीबती शख्सियत जो इस इलाके में किसी तारफ़ की मोहताज नहीं है। इस शख्सियत ने ज़माना तालिब इल्मी से ही सिर्फ मुसीबतें देखी हैं और इसके अलावा इस बंदे को, इस शख्सियत को इस मुकाम तक पहुंचाने में हमारी पंजाब पुलिस का बहुत बड़ा हाथ है। कई लोग इस दुश्मनी की भीड़ चढ़े, कई लोग मरे, कत्ल हुए, लेकिन आज तक ये शख्सियत जो है अपनी जगह पे मौजूद है अपने अच्छे अमाल की वजह से। आपने देखा होगा दुनिया भर में, आपने मुल्कों के सरबराह सुने होंगे, बादशाह का लफ्ज़ एक इस्तेमाल होता है, सल्तनत का बादशाह, किसी भी सल्तनत का बादशाह होता है। लेकिन आज मैं गिलकारियों में आपकी मुलाकात ऐसी शख्सियत से करवा रहा हूँ जो किसी सल्तनत का बादशाह नहीं बल्कि उसको जेलों का बादशाह कहा जाता है। इस शख्सियत को, जिनका नाम लियाकत गिल है, ये नाग डिजकोट के करीब पंजाब का एक शहर है, फैसलाबाद का एक इलाका है नवाही डिजकोट, वहाँ का एक गांव है नाग, वहाँ के ये रहशी हैं। इनको जेलों का बादशाह क्यों कहा जाता है और इनकी हिस्ट्री क्या है वो आज इनकी ज़ुबानी ही सुनते हैं और अपने नाजरीन को बताते हैं। जी अस्सलाम वालेकुम। वालेकुम सलाम। लियाकत गिल साहब, तुसी इन्ने तुहाडे मामला दुश्मनियां पाकिस्तान दियां जेलां बहुत, तुसी एक जेलां 'च एक तुहाडा नाम आ, लोग तुहानूं जेलां दा बादशाह कहंदे ने। तुसी पसंद करोगे अपना हिस्ट्री दसना कि कित्थों तुसी ये मामला तुहाडे गल पिया ते तुसी किस तरह इस मामले नूं लैके चले हो? भाई जी मेरी गल सुनो, आवाम जिहड़ी है ना देखदी आ, सुनदी आ, आवाम बाशूर आ ते आवाम नूं हर गल दा पता हुंदा वा। जिहड़ा इंसान भी तुरदा है ना ਉਹਨੂੰ मेरी गल सुन ਉਹਦੇ ਲੋਕੀ ਜਿਹੜਾ ਸ਼ਰੀਕਾ ਬਰਾਦਰੀ ਭੈਣ ਭਰਾ ਚੱਲਦਾ ਰਹਿੰਦਾ ਵਿੱਚ ਵਸਦਾ, ਉਹਦੇ ਜਿਹੜੇ ਨਾ ਮੇਰੀ ਗੱਲ ਸੁਣ ਦੁਸ਼ਮਣੀਆਂ ਸਾਡੀਆਂ ਪਿੰਡਾਂ ਦੇ ਵਿੱਚ ਜਿਹੜਾ ਨਾ ਕੋਈ ਇਸ ਖਾਨਦਾਨ ਨੂੰ ਇੱਕ ਦਾ ਨਹੀਂ ਹੁੰਦੀਆਂ, ਪੂਰੇ ਪੰਜਾਬ ਦੇ ਵਿੱਚ ਨਾ ਹਰ ਖਾਨਦਾਨ ਦੇ ਵਿੱਚ ਕਿਸੇ ਨਾ ਕਿਸੇ ਦੇ ਘਰ ਦੇ ਵਿੱਚ ਇਹ ਮੁਸੀਬਤ ਜ਼ਰੂਰ ਆਉਂਦੀ ਆ ਤੇ ਅੱਲਾ ਦੀ ਤਰਫੋਂ ਹੈ ਇਹ ਮੁਸੀਬਤ ਤੇ ਅੱਲਾ ਹਰ ਮੁਸੀਬਤੀ ਇਨਸਾਨ ਨੂੰ ਜਾਂ ਹਰ ਭੈਣ ਭਰਾ ਨੂੰ ਨਾ ਇਸ ਮੁਸੀਬਤ ਤੋਂ ਨਿਜਾਤ ਦੇਵੇ, ਬਚੇ ਇਸ ਗੱਲ ਤੋਂ ਤੇ ਅੱਲਾ ਨਾ ਮੇਰੀ ਗੱਲ ਸੁਣ ਕਿਸੇ ਨੂੰ ਇਹ ਮੁਸੀਬਤ ਨਾ ਪੈ ਜਿਹੜੀ ਸਾਨੂੰ ਪਈ ਹੈ। ਗਿਲ ਸਾਹਿਬ, ਤੁਸੀਂ ਦੱਸਿਆ ਅੱਗੇ ਗੱਲ ਕਰਦਿਆਂ ਹੋਇਆ ਕਿ ਤੁਸੀਂ 9ਵੀਂ ਜਮਾਤ 'ਚ ਪੜ੍ਹਦੇ ਸੀਗੇ ਜਦੋਂ ਦਾ ਤੁਸੀਂ ਇਸ ਲਾਈਨ 'ਤੇ ਚੱਲੇ ਹੋ, ਤੇ ਕੀ ਵਜ੍ਹਾ ਹੋਈ? ਤੁਸੀਂ ਇੱਕ ਤਾਲਿਬ ਇਲਮ ਹੋ, ਤੁਸੀਂ ਪੜ੍ਹਦੇ ਸੀਗੇ, ਕਿਉਂ ਤੁਸੀਂ ਇਸ ਮੁਸੀਬਤ ਦੇ ਵਿੱਚ ਛਲਾਂਗ ਲਾਈ? ਕੀ ਵਜ੍ਹਾ ਹੋਈ? ਆਪਣੇ ਬਚਪਨ ਦੱਸੋ, ਕਿਉਂਕਿ ਸਾਡਾ ਵੀ ਬਚਪਨ ਆ, ਸਾਰੇ ਦੋਸਤ ਲੋਕਾਂ ਦਾ ਬਚਪਨ ਆ, ਹਰ ਬੰਦਾ ਬਚਪਨ ਦੇ ਵਿੱਚ ਹੀ ਬਚਪਨ 'ਚ ਹੀ ਉਹਦਾ ਬਚਪਨ ਆ, ਕੋਈ ਖੇਡਦਾ ਆ, ਕੋਈ ਕ੍ਰਿਕਟ ਖੇਡਦਾ ਆ, ਕੋਈ ਹਾਕੀ ਖੇਡਦਾ ਆ, ਕੋਈ ਕਬੱਡੀ ਖੇਡਦਾ। ਤੁਸੀਂ ਅਸਲੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ, ਇਹਦੀ ਕੀ ਵਜ੍ਹਾ ਸੀ? ਉਹ ਨਾ ਭਾਈ ਜਾਨ ਗੱਲ ਤੇ ਇਹ ਆ ਵੀ ਮੇਰੀ ਗੱਲ ਸੁਣ, ਸਾਡਾ ਨਾ ਮੇਰੀ ਗੱਲ ਸੁਣ ਇਸ ਪਿੰਡ ਦੇ ਵਿੱਚ ਨਾ ਸਾਡੀ ਉਹਨਾਂ ਦੁਸ਼ਮਣਾਂ ਨਾਲ ਸੁਲ੍ਹਾ ਹੋ ਚੁੱਕੀ ਆ, ਸਾਡੇ ਉਹ ਭਰਾ ਨੇ, ਅਸੀਂ ਹੁਣ ਇਕੱਠੇ ਰਹਿੰਦੇ ਆ। ਮੈਂ ਜਿਹੜੀ ਆ ਨਾ ਉਹਨਾਂ ਦੀ ਕੋਈ ਜਿਹੜੀ ਆ ਨਾ ਕੋਈ ਗੱਲ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ ਵੀ ਜਿਹਦੇ ਵਿੱਚ ਸਾਡੀ ਲੋਕਾਂ ਆਖਣੇ ਵੀ ਹੁਣ ਸੁਲ੍ਹਾ ਕਰਕੇ ਤੇ ਫਿਰ ਉਹ ਗਲਤ ਗੱਲਾਂ ਕਰਦਾ, ਉਹਨਾਂ ਦੇ ਮੁਖਾਲਫ ਗੱਲਾਂ ਕਰਦਾ ਵਾ। ਉਸ ਮਸਲੇ ਦੇ ਵਿੱਚ ਮੇਰਾ ਕੋਈ ਨਹੀਂ, ਮੇਰੀ ਗੱਲ ਸੁਣ। ਗਿਲ ਸਾਹਿਬ, ਅਸੀਂ ਕਿਸੇ ਦੇ ਮੁਖਾਲਫ ਕੋਈ ਗੱਲ ਨਹੀਂ ਕਰਨੀ, ਨਾ ਹੀ ਅਸੀਂ ਕਿਸੇ ਦੀ ਮੁਖਾਲਫਤ, ਸਿਰਫ ਮੈਂ ਤੁਹਾਡੀ ਹਿਸਟਰੀ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਮੁਸੀਬਤ, ਤੁਸੀਂ ਸਿਰਫ ਇੰਨਾ ਮੈਨੂੰ ਦੱਸੋ। ਇੱਕ ਤੁਸੀਂ ਦੱਸਿਆ ਕਿ ਤੁਸੀਂ ਮਹਿਕਮਾ ਜ਼ਰਾਅਤ 'ਚ ਮੁਲਾਜ਼ਮ ਵੀ ਸੀ, ਨੌਕਰੀ ਕਰਦੇ ਸੀ 17ਵੇਂ ਗ੍ਰੇਡ ਦੇ ਵਿੱਚ, ਨੌਕਰੀ ਵੀ ਤੁਹਾਨੂੰ ਛੱਡਣੀ ਪੈ ਗਈ, ਫਿਰ ਤੁਸੀਂ ਜੇਲ੍ਹਾਂ ਦਾ ਬਾਦਸ਼ਾਹ ਇੱਕ ਮਸ਼ਹੂਰ ਹੋ, ਉਹਦੀ ਕੀ ਵਜ੍ਹਾ ਹੈ? ਕਿਉਂ ਤੁਹਾਨੂੰ ਲੋਕ ਜੇਲ੍ਹਾਂ ਦਾ ਬਾਦਸ਼ਾਹ ਕਿਉਂ ਕਹਿੰਦੇ? ਉਹ ਨਾ ਮੇਰੀ ਗੱਲ ਸੁਣ ਖਾਦਮ ਭਾਈ,
ਵੀ ਤੇਰੇ ਭਰਾ ਨੇ ਉਹ ਕੰਮ ਕੀਤੇ ਨੇ ਜੇਲ੍ਹਾਂ 'ਚ ਜਿਹੜਾ ਕਿਸੇ ਇਨਸਾਨ ਦੇ ਨਾਲ ਮੇਰੀ ਗੱਲ ਸੁਣ। ਫਿਲਮਾਂ ਦੇ ਵਿੱਚ ਵੀ ਐਵੇਂ ਸੁੱਕੇ ਡਾਇਲਾਗ ਤੋਂ ਸਾਰੀਆਂ ਸੁੱਕੀਆਂ ਹਕੀਕਤਾਂ ਤੁਹਾਨੂੰ ਇਹਨੂੰ ਖਾਉਂਦੇ, ਉਹ ਹਕੀਕਤ ਨਹੀਂ ਹੈਗੀ। ਤੇਰੇ ਭਰਾ ਨੇ ਮੇਰੀ ਗੱਲ ਸੁਣਨਾ ਵੀ ਜਦੋਂ ਜੇਲ੍ਹ ਦੇ ਵਿੱਚ ਲੋਕੀ ਬਦਮਾਸ਼ ਬਹਿੰਦੇ ਸੀ ਨਾ, ਉਹ ਗੱਲਾਂ ਕਰਦੇ ਸੀ ਵੀ ਜਿਹੜਾ ਸਾਹੀਵਾਲ 'ਚ ਬੰਦਾ ਜਾਂਦਾ ਨਾ ਤੇ ਵੱਡੇ ਤੋਂ ਵੱਡਾ ਬਦਮਾਸ਼ ਵੀ ਉੱਥੇ ਜਾ ਕੇ ਸਿਰ ਸੁੱਟ ਜਾਂਦਾ। ਜਦੋਂ ਸਾਹੀਵਾਲ ਜੇਲ੍ਹ 'ਚ ਬੰਦਾ ਜਾਂਦਾ ਨਾ ਵੀ ਐਡੀ ਭੈੜੀ ਜੇਲ੍ਹ ਹੈ ਵੀ ਵੱਡੇ ਤੋਂ ਵੱਡਾ ਬਦਮਾਸ਼ ਉਹ ਜੇਲ੍ਹ 'ਚ ਜਾ ਕੇ ਤੇ ਸਿਰ ਸੁੱਟ ਜਾਂਦਾ। ਉੱਥੋਂ ਮੇਰੀ ਸਾਹੀਵਾਲ ਜੇਲ੍ਹ ਤੋਂ ਸ਼ੁਰੂਆਤ ਹੋਈ ਆ। ਵੀ ਜਦੋਂ ਮੈਂ ਗਿਆ ਨਾ ਸਾਹੀਵਾਲ, ਮੇਰਾ ਚਲਾਨ ਰਾਤ ਦੇ 7 ਵਜੇ, ਤੇ ਉਦੋਂ ਹੀ ਮੇਰੀ ਗੱਲ ਸੁਣ, ਮੈਂ ਸਾਹੀਵਾਲ ਜੇਲ੍ਹ ਵੇਖ ਕੇ ਤੇ ਮੈਂ ਉੱਥੇ ਜਿਹੜਾ ਨਾ ਉਹਨਾਂ ਨੂੰ ਆਖਿਆ ਵੀ ਵੱਡਾ ਗੇਟ ਖੋਲ੍ਹੋ ਤੇ ਮੈਂ ਅੰਦਰ ਲੰਘਣਾ। ਉਹ ਜਰਾ ਮੈਂ ਉਸ ਤਰ੍ਹਾਂ ਨਹੀਂ ਜਾਣਾ। ਉੱਥੇ ਫਿਰ ਮੇਰੀ ਉਹਨਾਂ ਨਾਲ ਮੇਰੀ ਗੱਲ ਜਿਹੜੀ ਹੁੰਦੀ ਆ ਜੇਲ੍ਹ ਮਹਿਕਮੇ ਦੀ ਤੇ ਕੈਦੀਆਂ ਦੀ ਲੜਾਈ ਝਗੜਾ ਉਹ ਸ਼ੁਰੂ ਹੋ ਗਿਆ। ਵੱਡਾ ਗੇਟ ਖੋਲ੍ਹਿਆ, ਮੈਨੂੰ ਅੰਦਰ ਲੰਘਾ ਲਿਆ। ਅੱਗੋਂ ਜੋ ਕੁਛ ਹੋਇਆ ਫਿਰ ਉਹਨਾਂ ਮੈਨੂੰ ਚੁੱਕ ਕੇ ਜਿਹੜਾ ਕਸੂਰੀ ਹਾਤਾ ਹੁੰਦਾ ਵਾ ਉੱਥੇ ਮੈਨੂੰ ਉਹਨਾਂ ਤਕਰੀਬਨ 6 ਘੰਟਿਆਂ 'ਚ ਨਾ 6 ਘੰਟਿਆਂ ਦੇ ਵਿੱਚ ਤਸ਼ੱਦਦ ਕਰਦਿਆਂ, ਕੁੱਟਦਿਆਂ, ਮਾਰਦਿਆਂ, ਕਦੀ ਚੁੱਕ ਲੈਣ, ਕਦੀ ਮਾਰਨ ਡੈ ਪਣ, ਕਦੀ ਚੁੱਕ ਲੈਣ, ਕਦੀ ਮਾਰਨ ਡੈ ਪਣ। ਚੁੱਕ ਕੇ ਮੈਨੂੰ 6 ਘੰਟਿਆਂ 'ਚ ਉਹਨਾਂ 7 ਬਲਾਕ ਕਸੂਰੀ ਹਾਤੇ ਪਹੁੰਚਾਇਆ। ਉਸ ਬਾਅਦ 'ਚੋਂ ਮੇਰੀ ਨਾ ਰੂਟੀਨ ਬਣ ਗਈ ਆ ਵੀ ਜਿਸ ਜੇਲ੍ਹ 'ਚ ਵੀ ਮੇਰਾ ਚਲਾਨ ਗਿਆ ਫਿਰ ਉੱਥੇ ਮੈਂ ਇਹੋ ਹੀ ਹਾਲਾਤ ਕੀਤੇ ਨੇ ਵੀ ਮੈਂ ਜਿਹੜਾ ਨਾ ਇੰਜ ਨਹੀਂ ਲੰਘਣਾ, ਮੈਂ ਜੇਲ੍ਹ ਦਾ ਵੱਡਾ ਗੇਟ ਖੋਲ੍ਹ ਕੇ ਲੰਘਣਾ। ਜਦੋਂ ਫਿਰ ਜੇਲ੍ਹ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਬੰਦਾ ਪੈਸੇ ਦਿੰਦਾ ਉਹਨੂੰ ਲੋਕੀ ਚੌਧਰੀ ਆਂਦੇ ਨੇ, ਹੈਂ, ਜਿਹੜਾ ਬਹੁਤੇ ਖਰਚੇ ਕਰਦਾ ਵਾ ਮੇਰੀ ਗੱਲ ਜੇਲ੍ਹ ਵਾਲਿਆਂ ਨੂੰ ਬੜੀਆਂ ਬੜੀਆਂ ਰਿਸ਼ਤਾਂ ਦਿੰਦਾ, ਮੱਝ ਦੇਤੀ, ਫਰਿੱਜ ਦੇਤੀ, TV ਦੇਤਾ, VCR ਦੇਤਾ, ਉਹ ਬੱਚਿਆਂ ਨੂੰ ਦਿੱਤੇ ਅਫਸਰਾਂ ਦੀਆਂ ਨੂੰ, ਉਹਨਾਂ ਨੂੰ ਆਖਣ ਜੀ ਚੌਧਰੀ ਸਾਹਿਬ। ਅਸੀਂ ਮੈਂ ਜੋ ਆਪਣੀ ਕੈਦ ਦੇ ਵਿੱਚ 36 ਸਾਲ ਮੈਂ ਜੇਲ੍ਹ 'ਚ ਕੈਦ ਕੱਟੀ ਹੈ, 36 ਸਾਲ, 2 ਵਾਰਾਂ 18 ਸਾਲ। ਮੈਂ ਉੱਥੇ ਜਿਸ ਗਰੀਬ ਆਦਮੀ ਕੋ ਮੇਰੇ ਇਲਾਕੇ ਦਾ ਗਿਆ ਜਾਂ ਕਿਸ ਇਲਾਕੇ 'ਚ ਰਹਿੰਦਾ ਵਾਂ ਉੱਥੇ ਕਿਸੇ ਗਰੀਬ 'ਤੇ ਜ਼ੁਲਮ ਕਰਨ ਲੱਗੇ ਨੇ, ਮੈਂ ਜਾ ਕੇ ਉੱਥੇ ਲੱਤ ਰੱਖਦੀ ਵੀ ਇਹਨੂੰ ਤੁਸੀਂ ਇਹਦੇ ਨਾਲ ਜਦੋਂ ਤਸੱਦਦ ਕਰਨਾ ਤੁਸੀਂ ਉਹ ਮੇਰੇ ਨਾਲ ਕਰੋ। ਤੁਸੀਂ ਇਹ ਗਰੀਬ ਆਦਮੀ ਹੈ, ਤੁਹਾਨੂੰ ਕਿੱਥੋਂ ਪੈਸੇ ਦੇਵੇ, ਤੁਹਾਨੂੰ ਕਿੱਥੋਂ ਰਿਸ਼ਵਤ ਦੇਵੇ। ਇਸ ਵਜ੍ਹਾ ਤੋਂ ਲੋਕੀ ਮੈਨੂੰ ਇਸ ਗੱਲਾਂ ਤੇ ਮੈਂ ਕਿਸੇ ਤੇ ਉੱਥੇ ਜ਼ੁਲਮ ਆਪਣੀ ਜਾਨ ਤੇ ਜ਼ੁਲਮ ਚੱਲਿਆ, ਮੈਂ ਕਿਸੇ ਗਰੀਬ ਆਦਮੀ ਤੇ ਜ਼ੁਲਮ ਨਹੀਂ ਹੋਣ ਦਿੱਤਾ। ये साहब एक चीज़ आ कि कानून आ कि अगर कोई आला अफसर भी है जेल का या कोई भी अफसर आ ਉਹਦੇ ਵਾਸਤੇ ਵੱਡਾ ਗੇਟ ਜੇਲ੍ਹ ਦਾ ਨਹੀਂ ਖੁੱਲ੍ਹਦਾ। ਕੀ ਤੁਹਾਡੀ ਜ਼ਿੱਦ ਸੀ ਜਾਂ ਤੁਸੀਂ ਜ਼ਿੱਦ ਬਣਾ ਲਈ ਹੈ ਕਿ ਮੈਂ ਵੱਡਾ ਗੇਟ ਖੁੱਲ੍ਹੇਗਾ ਜੇਲ੍ਹ ਦਾ ਦੇ ਅੰਦਰ ਦਾਖਲ ਹੋਵਾਂਗਾ? ਉਹ ਜੀ ਮੇਰੀ ਗੱਲ ਸੁਣ, ਜ਼ਿੱਦ ਬਣ ਗਈ ਇੱਕ ਮੇਰੀ ਗੱਲ ਸੁਣ। ਜਿਹੜਾ ਲੋਕਾਂ ਨੇ ਮੇਰੀ ਆਖਣਾ ਨੇ ਤੈਨੂੰ ਜਿਹੜੀ ਹਰ ਚੀਜ਼ ਦੀ ਹਸਦ ਆ ਭਾਈ ਖਾਦਮ, ਹਰ ਚੀਜ਼ ਦੀ ਹਸਦ ਆ। ਜਿਹੜਾ ਮੇਰੀ ਗੱਲ ਸੁਣ ਸਿਆਸਤਦਾਨ ਆ ਉਹ ਵੀ ਇੱਕ ਦੂਸਰੇ ਨਾਲ ਹਸਦ ਕਰਦਾ। ਜਿਹੜਾ ਪਿੰਡ ਦੇ ਵਿੱਚ ਇੱਕ ਦੂਸਰੇ ਦੀ ਬਰਾਦਰੀ ਸ਼ਰੀਕ ਆ ਉਹ ਵੀ ਇੱਕ ਦੀ ਹਸਦ ਕਰਦਾ। ਜਿਹੜੇ ਬਦਮਾਸ਼ ਨੇ ਉਹ ਵੀ ਇੱਕ ਦੂਸਰੇ ਦੀ ਹਸਦ ਕਰਦੇ ਨੇ। ਬਦਮਾਸ਼ ਨੇ ਜੇਲ੍ਹਾਂ ਦੇ ਵਿੱਚ ਉਹ ਵੀ ਇੱਕ ਦੂਸਰੇ ਦੀ ਹਸਦ ਕਰਦੇ ਆ। ਜਿੰਨੇ ਵੀ ਪੁਰਾਣੇ ਮੇਰੇ ਤੋਂ, ਮੈਂ ਅਜੇ ਜੰਗ ਲੜਕਾ ਸਾਂ, 21 ਸਾਲ ਮੇਰੀ ਉਮਰ ਸੀ, ਜਿਹੜੇ ਪੁਰਾਣੇ ਬਦਮਾਸ਼ ਸੀ ਨਾ ਉਹ ਆਖਣ ਦੇ ਸੀ ਆਪਣੇ ਜ਼ਿਲ੍ਹੇ 'ਚ ਬੈਠਾ ਬਦਮਾਸ਼ੀ ਕਰਨ ਡਿਆ ਵਾ। ਜਦੋਂ ਭਰਾ ਦੂਸਰੀਆਂ ਜੇਲ੍ਹਾਂ ਜਾ ਕੇ ਬਦਮਾਸ਼ੀ ਕਰੇਗਾ ਤਾਂ ਫਿਰ ਅਸੀਂ ਮੰਨਾਂਗੇ ਵੀ ਦੂਸਰੀਆਂ ਜੇਲ੍ਹਾਂ ਜਾ ਕੇ ਬਦਮਾਸ਼ੀ ਕਰ। ਉਸ ਤੋਂ ਇਲਾਵਾ ਇਹ ਦੱਸੋ ਤੁਸੀਂ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇੱਕ ਨਾਮ ਹੈ ਲਿਆਕਤ ਗਿੱਲ ਦਾ, ਔਰ ਕਈ ਜਗ੍ਹਾ ਤੇ ਸੁਣਿਆ ਮੈਨੂੰ, ਮੈਂ ਰਾਤ ਵੀ ਇੱਕ ਦੋਸਤ ਦੀ ਮੈਨੂੰ ਕਾਲ ਆਈ ਹੈ, ਉਹਨੇ ਮੈਨੂੰ ਦੱਸਿਆ ਕਿ ਲਿਆਕਤ ਗਿੱਲ ਦਾ ਇੱਕ ਨਾਮ ਆ, ਉਹਨੂੰ ਜੇਲ੍ਹਾਂ ਦੇ ਵਿੱਚ ਬਕਾਇਦਾ ਲਿਖਿਆ ਹੈ ਕਿ ਲਿਆਕਤ ਗਿੱਲ ਬਣਨ ਦੀ ਕੋਸ਼ਿਸ਼ ਨਾ ਕਰੋ। ਗਿੱਲ ਸਾਹਿਬ, ਕੀ ਐਸਾ ਤੁਸੀਂ ਕਰਕੇ ਆਏ ਹੋ ਜੇਲ੍ਹਾਂ ਦੇ ਵਿੱਚ, ਕੀ ਤੁਸੀਂ ਐਸੀ ਕੋਈ ਕੰਮ ਕੀਤਾ ਜਿਹਦੀ ਵਜ੍ਹਾ ਨਾਲ ਲੋਕ ਜਿਹੜੇ ਆ ਅੱਜ ਵੀ ਪੁਲਿਸ ਦੇ ਅਫਸਰ ਦੇ ਵਿੱਚ ਜੇਲ੍ਹਾਂ 'ਚ ਲਿਖਿਆ ਜਾਂਦਾ? ਇੱਜ਼ਤ ਵ ਜ਼ਿਲਤ ਇਹ ਮੇਰੇ ਅੱਲਾ ਦਾ ਕੰਮ ਹੈ। ਇਨਸਾਨ ਦੀ ਸੋਚ ਨਹੀਂ ਹੈਗੀ, ਇਨਸਾਨ ਦਾ ਕੰਮ ਨਹੀਂ ਹੈਗਾ। ਹਰ ਬੰਦੇ ਦਾ ਵੱਖਰਾ ਵੱਖਰਾ ਸਿਤਾਰਾ ਵਾ। ਮੇਰੀ ਗੱਲ ਸੁਣ, ਮੈਂ ਤੇ ਇੱਕ ਅਦਨਾ ਜਿਹਾ ਇਨਸਾਨ ਆ ਵੀ ਜਿਹੜਾ ਐਡੇ ਕੰਮ ਨਹੀਂ ਕੀਤੇ ਵੀ ਜਿਹੜੇ ਲੋਕਾਂ ਨੇ ਇੰਨੇ ਕੰਮ ਬਣਾ ਦਿੱਤੀਆਂ ਨੇ ਮੇਰੀ। ਇਹ ਵਾਕਿਆ ਸਾਹੀਵਾਲ ਜੇਲ੍ਹ ਹੋ ਗਿਆ, ਮਲਤਾਨ ਜੇਲ੍ਹ ਹੋ ਗਿਆ, ਇਹਨਾਂ ਜੇਲ੍ਹਾਂ ਦੇ ਵਿੱਚ ਲਿਖਿਆ, ਬਹਾਵਲਪੁਰ ਜੇਲ੍ਹਾਂ ਦੇ ਵਿੱਚ ਵੀ ਮੇਰੀ ਗੱਲ ਸੁਣ ਲਿਆਕਤ ਗਿੱਲ ਬਣਨੇ ਦੀ ਕੋਸ਼ਿਸ਼ ਨਾ ਕਰਨਾ। ਜਿਹੜੇ ਬੰਦੇ ਆਉਂਦੇ ਵੀ ਨੇ ਸਾਡੇ ਫੈਸਲਾਬਾਦੋਂ ਚਲਾਨ ਗਏ ਨੇ, ਜਦੋਂ ਚਲਾਨ 'ਚ ਸਵੇਰੇ ਮੁਲਾਜ਼ਾ ਨਹੀਂ ਕਰਦੇ, ਜੇਲ੍ਹ ਦੇ ਵਿੱਚ ਮੁਲਾਜ਼ਾ ਕਰਦੇ ਸਵੇਰੇ ਸੁਪਰੀਡੈਂਟ ਉਹਨੇ ਪੁੱਛਿਆ ਕਿੱਥੋਂ ਦਾ ਆਇਆ ਚਲਾਨ ਤੇਰਾ? ਉਹਨੇ ਕਿਹਾ ਫੈਸਲਾਬਾਦ। ਉਹਨੇ ਕਿਹਾ ਮੇਰੀ ਜੇਲ੍ਹ 'ਚ ਰਹਿਣਾ ਹੀ ਤੇ ਲਿਆਕਤ ਗਿੱਲ ਨਹੀਂ ਬਣਨਾ। ਜਿਸ ਤਰ੍ਹਾਂ ਲਿਆਕਤ ਗਿੱਲ ਕਰਦਾ ਸੀ ਤੂੰ ਉਹ ਕੰਮ ਨਹੀਂ ਕਰਨੇ। ਉਹ ਆਉਂਦਿਆਂ ਨੂੰ ਉਹਨਾਂ ਨੂੰ ਅੱਗੇ ਨਸੀਹਤਾਂ ਕਰਦੇ ਨੇ ਵੀ ਮੇਰਾ ਇਹ ਕੰਮ ਸੀ ਭਾਈ ਜੀ। ਮੇਰੀ ਗੱਲ ਸੁਣ, ਮੈਂ 10-10 ਹਜ਼ਾਰ ਦਾ ਇੱਕ ਦਿਨ ਦੇ ਬੈਲੈਂਸ ਖਤਮ ਕੀਤਾ। 100 ਬੰਦਾ ਆਇਆ ਨਾ ਮੋਬਾਈਲ ਤੇ ਫੋਨ ਕਰਨ, ਮੇਰੇ ਇਕੱਲੇ ਕੋ ਜੇਲ੍ਹ 'ਚ ਮੋਬਾਈਲ ਹੋਇਆ ਨਾ, ਕਿਸੇ ਬੰਦੇ ਨਹੀਂ ਰੱਖਿਆ, ਤੇ 100 ਬੰਦਾ ਆਇਆ ਤਾਂ ਮੈਂ 100 ਨੂੰ ਕਾਲ ਕਰਾਤੀ ਆ। ਤਾਂ ਸੁਪਰੀਡੈਂਟ ਜਾਂ ਡਿਪਟੀ ਜਾਂ ਅਸਿਸਟੈਂਟ ਜਿਹੜਾ ਚੱਕਰ 'ਚ ਬੈਠਾ ਲੋਕਾਂ ਨੂੰ ਪੁੱਛਿਆ ਕਿੱਥੋਂ ਆਏ ਜੇ? ਉਹਨੇ ਆਖਿਆ ਜੀ ਅਸੀਂ ਆਏ ਜੀ PCO ਤੋਂ। PCO ਕਿਹੜੇ ਤੋਂ? ਲਿਆਕਤ ਗਿੱਲ ਵਾਲੇ ਤੋਂ।
ਉਹ ਕਿਉਂ ਜੀ ਕਾਲ ਕਰਕੇ ਆਇਆ ਕਿੱਥੋਂ ਅੱਜ ਮੇਰੀ ਮਾਂ ਬਿਮਾਰ ਸੀ ਤੇ ਮੈਂ ਉਹਦਾ ਪਤਾ ਕਰਨਾ ਸੀ, ਉਹਨੂੰ ਖੈਰ ਕਰੀਏ ਪੁੱਛਣੀ ਸੀ, ਮੈਂ ਉਹਦੇ ਕੋਲ ਕਾਲ ਕਰਕੇ ਆਇਆ। ਆਪਣਾ ਘਰ-ਬਾਰ ਬਰਬਾਦ ਕੀਤਿਆਂ ਭਾਈ ਖਾਦਮ ਇੱਜ਼ਤ ਬਣਦੀ ਆ। ਜੇ ਕੋਈ ਆਖੇ ਨਾ ਵੀ ਮੈਂ ਵਿਹਲਾ ਬੈਠਾ ਲੋਕਾਂ ਦੇ ਘਰਾਂ 'ਚੋਂ ਚਾਹ ਪੀ ਕੇ ਤੇ ਆਪਣੀ ਇੱਜ਼ਤ ਬਣਾਵਾਂ, ਇਸ ਤਰ੍ਹਾਂ ਨਹੀਂ ਬਣਦੀ। ਤੁਸੀਂ ਆਉਣ ਵਾਲੀ ਜਿਹੜੀ ਨਸਲ ਆ ਤੁਹਾਡੀ, ਜਿਹੜੇ ਬੱਚੇ ਨੇ ਤੁਹਾਡੇ ਛੋਟੇ ਨੇ, ਤੁਸੀਂ ਇੰਨੀਆਂ ਮੁਸੀਬਤਾਂ ਦੇਖੀਆਂ, ਇੰਨਾ ਕੁਛ ਕੀਤਾ, ਇੰਨਾ ਮਾਮਲਾ ਤੁਹਾਡੇ ਹੋਏ, ਆਉਣ ਵਾਲੀ ਨਸਲ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਗੁਜ਼ਾਰਨੀ ਚਾਹੀਦੀ ਹੈ? ਮੇਰੀ ਗੱਲ ਸੁਣ ਵੀ ਜੋ ਵੀ ਬੱਚੇ ਤੋਂ ਲੈ ਕੇ ਬੁਢੇਪਾ ਤੱਕ ਆ, ਮੇਰਾ ਪੈਗਾਮ ਉਹਨੂੰ ਆ ਵੀ ਮੇਰੀ ਗੱਲ ਸੁਣ, ਧੀ ਭੈਣ ਦੀ ਇੱਜ਼ਤ ਕਰਨ। ਹਰ ਕਿਸੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਣ। ਜਦੋਂ ਕਿਸੇ ਦੀ ਇੱਜ਼ਤ ਕਰਨੀ ਆ, ਬੱਚੇ ਨਾਲ ਪਿਆਰ ਕਰੇ, ਬਜ਼ੁਰਗ ਦੀ ਇੱਜ਼ਤ ਕਰੇ, ਆ ਗਏ ਬੰਦੇ ਦੀ ਹਰ ਦੀ ਇੱਜ਼ਤ ਕਰੇਗਾ ਤੇ ਉਹਦੀ ਬਈ ਇੱਜ਼ਤ ਉਹ ਸ਼ਾਹ ਵਾ ਦਿਲੋਂ ਮਨ ਤੋਂ ਸ਼ਾਹ। ਜੇ ਕਿਸੇ ਨੇ ਇੱਜ਼ਤ ਕਿਸੇ ਦੀ ਕਰਨੀ ਆ ਤਾਂ ਉਹਨੇ ਇੱਜ਼ਤ ਕਰਨੀ ਆ, ਜੇ ਕਿਸੇ ਦੀ ਇੱਜ਼ਤ ਨਹੀਂ ਨਾ ਕਰਨੀ ਤੇ ਉਹਨੇ ਇੱਜ਼ਤ ਨਹੀਂ ਕਰਨੀ। ਜੇ ਮੂੰਹ ਤੇ ਕਰੇਗਾ ਤਾਂ ਕੰਨੋਂ ਪਿੱਛੋਂ ਜਾ ਕੇ ਆਖੇਗਾ ਮੇਰੀ ਗੱਲ ਸੁਣੇ ਤਾਂ ਬਹੁਤ ਗੰਦਾ ਬੰਦਾ ਬਈ, ਮੇਰੀ ਇੱਜ਼ਤ ਹੀ ਨਹੀਂ ਕਰਨ ਡਿਆ, ਮੇਰੀ ਇੱਜ਼ਤ ਹੀ ਨਹੀਂ ਕੀਤੀ ਇਹਨੇ। ਇਹ ਭਾਈ ਖਾਦਮ ਤੁਹਾਡਾ ਵੀ ਬੰਦਿਆਂ ਨੂੰ ਮਿਲਦੇ ਜੇ, ਸਭ ਕੁਝ ਕਰਦੇ ਜੇ, ਇਹ ਤੁਹਾਨੂੰ ਆਪਣਾ ਮਹਿਸੂਸ ਹੁੰਦਾ ਹੈ ਵੀ ਜੇ ਕਿਸੇ ਦੀ ਇੱਜ਼ਤ ਕਰਨੀ ਆ ਤਾਂ ਤੁਹਾਨੂੰ ਇੱਜ਼ਤ ਮਿਲਣੀ, ਜੇ ਇੱਜ਼ਤ ਨਹੀਂ ਕਰਨੀ ਤਾਂ ਇੱਜ਼ਤ ਨਹੀਂ ਮਿਲਣੀ। ਬਹੁਤ ਸ਼ੁਕਰੀਆ ਜੀ ਲਿਆਕਤ ਗਿੱਲ ਸਾਹਿਬ। ਨਾਜ਼ਰੀਨ, ਜਿਸ ਤਰ੍ਹਾਂ ਤੁਸੀਂ ਸੁਣੀਆਂ ਗੱਲਾਂ ਲਿਆਕਤ ਗਿੱਲ ਸਾਹਿਬ ਦੀਆਂ, ਉਹਨਾਂ ਨੇ ਆਪਣੀ ਹਿਸਟਰੀ ਦੱਸੀ ਹੈ ਕਿ ਕਿਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਜਿਹੜੇ ਆਉਣ ਵਾਲੇ ਸੁਪਰੀਡੈਂਟ ਨੇ, ਆਉਣ ਵਾਲੇ ਜਿਹੜੇ ਅਫਸਰਾਨ ਨੇ, ਉਹ ਫੈਸਲਾਬਾਦ ਨਾਲ ਤਲਕ ਰੱਖਣ ਵਾਲੇ ਕਿਸੇ ਵੀ ਕੈਦੀ ਨੂੰ ਕਿਸ ਤਰ੍ਹਾਂ ਨਸੀਹਤ ਕਰਦੇ ਨੇ ਕਿ ਲਿਆਕਤ ਗਿੱਲ ਨਹੀਂ ਬਣਨਾ ਅਗਰ ਇਸ ਜੇਲ੍ਹ ਦੇ ਵਿੱਚ ਰਹਿਣਾ। ਲਿਆਕਤ ਗਿੱਲ ਇੱਕ ਨਾਮ ਆ, ਇੱਕ ਪੰਜਾਬ ਦੀ ਤਮਾਮ ਜੇਲ੍ਹਾਂ ਦੇ ਵਿੱਚ ਇੱਕ ਨਾਮ ਗਿਣਿਆ ਜਾਂਦਾ, ਜਿਹਦੇ ਵਾਸਤੇ ਜਿਸ ਤਰ੍ਹਾਂ ਲੋਕ ਸਲਤਨਤ ਦੇ ਬਾਦਸ਼ਾਹ ਹੁੰਦੇ ਨੇ, ਇਸ ਤਰ੍ਹਾਂ ਲਿਆਕਤ ਗਿੱਲ ਇੱਕ ਜੇਲ੍ਹਾਂ ਦਾ ਬਾਦਸ਼ਾਹ ਦੇ ਨਾਂ ਤੋਂ ਪਹਿਚਾਣਿਆ ਜਾਂਦਾ। ਅੱਜ ਦੀ ਗਿੱਲਕਾਰੀਆਂ ਤੋਂ ਤੁਸੀਂ ਮੁਲਾਜ਼ਾ ਕੀਤਾ ਲਿਆਕਤ ਗਿੱਲ ਸਾਹਿਬ ਨਾਲ ਮੁਲਾਕਾਤ। ਮੇਰੇ ਚੈਨਲ ਨੂੰ ਗਿੱਲਕਾਰੀਆਂ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਆਇੰਦਾ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ, ਜਿਹੜੇ ਇਸ ਤਰ੍ਹਾਂ ਦੇ ਬੜੇ ਨਾਮ ਨੇ, ਇਨਸ਼ਾਅੱਲਾ ਮੈਂ ਭਰਪੂਰ ਕੋਸ਼ਿਸ਼ ਕਰਾਂਗਾ ਕਿ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵਾਂ, ਤਾਂ ਕਿ ਲੋਕ ਜਿਹੜੇ ਨੇ, ਆਉਣ ਵਾਲੀ ਨਸਲ ਜਿਹੜੀ ਆ, ਉਹ ਇਹਨਾਂ ਲੋਕਾਂ ਤੋਂ ਕੁਝ ਸਿੱਖੇ ਕਿ ਉਹਨਾਂ ਨੇ ਆ ਮੁਸੀਬਤਾਂ ਚੱਲ ਕੇ ਤੇ ਆਪਣੇ ਕਾਰੋਬਾਰ ਉਜਾੜੇ ਨੇ, ਤੇ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਆ, ਅਸੀਂ ਇਹਨਾਂ ਤੋਂ ਰੁਕਣਾ, ਇਹਨਾਂ ਵੱਲ ਵੇਖ ਕੇ ਅਸੀਂ ਸਬਕ ਲੈਣਾ ਆ ਕਿ ਸਾਨੂੰ ਇਹਨਾਂ ਕੰਮਾਂ ਦੇ ਵਿੱਚ ਅਗਰ ਸਿਰ ਪਈ ਮੁਸੀਬਤ ਉਹ ਹਰ ਬੰਦੇ ਨੇ ਝੱਲਣੀ ਹੈ, ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ। ਖਾਦਮ ਹੁਸੈਨ ਗਿੱਲ ਨੂੰ ਇਜਾਜ਼ਤ ਦਿਓ। ਬਹੁਤ ਸ਼ੁਕਰੀਆ। ਅੱਲਾ ਹਾਫਿਜ਼।